ਆਪੇ ਤਰਸ ਪਇਓਈ ਤਰਸ ਪਇਆ ਮੇਰਾ ਮਤ ਹੋਈ। ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ। ਤਨ ਮਨ ਥੀਵੈ ਹਰਿਆ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵਹੁ। ਇਹ ਭੀਤਰ ਤੇ ਇनको ਡਾਰਹੁ ਆਪਨ ਨਿਕਟ ਬਿਲਾਵਹੁ। ਆਪਣੇ ਬੇਦ ਆਪ ਜਨਾਵਹੁ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਕਿਰਪਾ ਦੁਆਰਾ ਗੁਰੂ ਕੀ ਸਾਧ ਸੰਗਤ ਆਪ ਜੀ, ਧੰਨ ਧੰਨ ਮਹਾਂਪੁਰਖ ਬਾਬਾ ਪ੍ਰੇਮ ਸਿੰਘ ਜੀ ਪੂਰੀ ਵਾਲੇ, ਤਿੰਨਾਂ ਦੇ ਦਰ ਸਥਾਨਾਂ ਉੱਪਰ ਹਾਜ਼ਰੀਆਂ ਭਰ ਕੇ ਸਮਾਂ ਸਫਲ ਕਰ ਰਹੇ ਹੋ। ਸਤਿਗੁਰੂ ਜੀ ਸਰਬੱਤ ਦੀ ਹਾਜ਼ਰੀ ਪ੍ਰਵਾਨ ਕਰਨੇ ਦੇ ਨਾਲ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਬੇਨਤੀ ਵੀ ਪ੍ਰਵਾਨ ਕਰਨੀ, ਹਾਜ਼ਰੀ ਪ੍ਰਵਾਨ ਕਰਨੀ ਕਿ ਇਸ ਪਵਿੱਤਰ ਗੁਰਬਾਣੀ ਦੇ ਨਾਲ ਸਾਂਝ ਬਣ ਸਕੇ। ਕਹਿਣ ਸੁਣਨ ਦਾ ਮੰਨਣ ਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨ, ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਕੀ ਸਾਧ ਸੰਗਤ, ਜੋ ਸਮੇਂ ਦੀ ਚਾਲ ਅਨੁਸਾਰ ਅੱਜ ਦੀ ਇਹ ਸੰਗਰਾਂਦ ਪ੍ਰਵੇਸ਼ ਹੋ ਰਹੀ ਹੈ, ਜੋ ਬਿਕਰਮੀ ਸੰਮਤ ਦਾ ਦੂਜਾ ਮਹੀਨਾ ਵਿਸਾਖ ਜਿਹੜਾ ਆਰੰਭ ਹੋ ਰਿਹਾ ਹੈ, ਇਸ ਦਿਹਾੜੇ ਦੇ ਇਤਿਹਾਸਕ ਸੰਬੰਧ ਕਈ ਪ੍ਰਕਾਰ ਜਾਣੇ ਜਾਂਦੇ ਹਨ। ਖਾਸ ਕਰਕੇ ਆਮ ਸਿੱਖ ਸੰਗਤਾਂ ਜਾਣਦੀਆਂ ਹਨ ਕਿ ਅੱਜ ਖਾਲਸੇ ਦਾ ਸਿਰਜਣਾ ਦਿਵਸ ਹੈ। ਮਹਾਰਾਜ ਕਿਰਪਾ ਕਰਨ ਸਰਬੱਤ ਸੰਗਤਾਂ ਨੂੰ ਲਾਹੇਵੰਦ ਹੋਵੇ। ਸਤਿਗੁਰਾਂ ਦੇ ਦੱਸੇ ਹੋਏ ਹੁਕਮ ਅਨੁਸਾਰ ਚੱਲਣ ਦੀ ਸਤਿਗੁਰੂ ਜੀ ਸਮਰੱਥਾ ਬਖਸ਼ਿਸ਼ ਕਰਨ। ਗੁਰੂ ਪਿਆਰੀ ਸਾਧ ਸੰਗਤ, ਆਪ ਜਾਣਦੇ ਹੋ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੰਸਾਰ 'ਤੇ ਆਏ ਹਨ ਅਤੇ ਉਸ ਤੋਂ ਆਉਣ ਤੋਂ ਪਹਿਲਾਂ ਸਮੇਂ ਦੀ ਜਿਹੋ ਜਿਹੀ ਹਾਲਤ ਚੱਲ ਰਹੀ ਸੀ, ਜ਼ੁਲਮ ਦਾ ਵਾਧਾ ਹੋ ਰਿਹਾ ਸੀ ਅਤੇ ਧਰਮ ਨੂੰ ਖਤਰਾ ਹੋ ਰਿਹਾ ਸੀ। ਦਿਨੋਂ ਦਿਨ ਧਰਮ ਦੇ ਉਲਟ ਲੋਕ ਚੱਲ ਰਹੇ ਸਨ। ਸਰਕਾਰੀ ਹਾਕਮ ਆਦਿਕ ਜੋ ਵੀ ਮੁਖੀ ਲੋਕ ਸਨ, ਧਰਮ ਤੋਂ ਪਾਸੇ ਜਾ ਰਹੇ ਸਨ। ਗਰੀਬਾਂ ਦੀ ਕੋਈ ਪੁਕਾਰ ਨਹੀਂ ਸੀ ਸੁਣਦਾ। ਉਸ ਵੇਲੇ ਪਰਮੇਸ਼ਰ ਨੇ ਕਿਹਾ ਕਿ ਜਿੰਨੇ ਵੀ ਸੰਤ ਮਹਾਂਪੁਰਖ ਅਵਤਾਰ ਸੰਸਾਰ 'ਤੇ ਪਹਿਲਾਂ ਆਏ, ਉਹਨਾਂ ਨੂੰ ਫਿਰ ਸਾਹਮਣੇ ਲਿਆ ਕਰਕੇ ਸਤਿਗੁਰਾਂ ਨੇ ਕਿਹਾ, ਭਾਈ ਕੋਈ ਹੁਣ ਜਾ ਸਕਦਾ ਸੰਸਾਰ ਦੀ ਵਾਗਡੋਰ ਸੰਭਾਲਣ ਵਾਸਤੇ। ਪਰ ਸਮੇਂ ਦਾ ਜਦੋਂ ਵੇਖਿਆ ਸਖਤ ਪਹਿਰਾ, ਤੇ ਸਾਰਿਆਂ ਕਿਹਾ, ਮਹਾਰਾਜ ਸਮਾਂ ਬੜਾ ਸਖਤ ਹੈ, ਸਾਡੇ ਕੋਲੋਂ ਸੰਭਾਲਣਾ ਮੁਸ਼ਕਿਲ ਹੈ। ਗੁਰੂ ਪਿਆਰੀ ਸਾਧ ਸੰਗਤ, ਪਰਮੇਸ਼ਰ ਨੇ ਫਿਰ ਆਪਣਾ ਮਾਨਸ ਜਨਮ ਧਾਰ ਕੇ ਤੇ ਆਪ ਆਉਣਾ ਕੀਤਾ। ਸਾਧ ਰੂਪ ਆਪਣਾ ਤਨ ਧਾਰਿਓ ਤੇ ਸੰਸਾਰ 'ਤੇ ਆ ਕੇ ਧਰਮ ਦੀ ਨੀਂਹ ਰੱਖਣੀ ਕੀਤੀ, ਸਿੱਖ ਧਰਮ ਦੇ ਬਾਨੀ ਬਣਨਾ ਕੀਤਾ। ਸਤਿਗੁਰਾਂ ਦਾ ਫਰਮਾਨ ਹੈ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਪ੍ਰਕਾਰ ਆ ਕੇ ਸੰਸਾਰ ਦੇ ਜੀਵਾਂ ਨੂੰ ਪਹਿਲਾਂ ਪੰਜਾਂ ਰੂਪਾਂ ਦੇ ਵਿੱਚ ਨਿਮਰਤਾ ਸਹਿਤ ਜਿਹੜਾ ਸੀ ਪ੍ਰੇਮ ਦੇ ਨਾਲ ਸਰਬੱਤ ਨੂੰ ਗਿਆਨ ਜਿਹੜਾ ਬਖਸ਼ਣਾ ਕੀਤਾ। ਵਡਭਾਗੀ ਜਿਹੜੇ ਪਰਮੇਸ਼ਰ ਦੇ ਪਿਆਰੇ, ਉਹਨਾਂ ਨੇ ਸਤਿਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਮੰਨਣਾ ਕੀਤਾ, ਲਾਹਾ ਪ੍ਰਾਪਤ ਕੀਤਾ। ਪਰ ਕੁਝ ਲੋਕ ਜਿਹੜੇ ਸਨ ਬਿਨਾਂ ਕਰਮਾਂ ਤੋਂ ਲਾਹਾ ਨਹੀਂ ਲੈ ਸਕਦੇ। ਇਸ ਪ੍ਰਕਾਰ ਛੇਵੇਂ ਪਾਤਸ਼ਾਹ ਜੀ ਨੇ ਸਮੇਂ ਦੀ ਚਾਲ ਵੇਖ ਕਰਕੇ ਸਿੱਖਾਂ ਨੂੰ ਨਾਲ ਵੀਰ ਰਸ ਬਖਸ਼ਣਾ ਕੀਤਾ। ਨਾਲ ਇਹ ਕਿਹਾ ਕਿ ਅੱਗੇ ਸੰਤ ਮਤ ਚੱਲਦਾ ਸੀ, ਹੁਣ ਨਾਲ ਸਿਪਾਹੀ ਵੀ ਇਹ ਜਿਹੜਾ ਮਤ ਹੈ, ਭਾਵ ਕਿ ਸੰਤ ਸਿਪਾਹੀ ਬਣਾ ਦਿੱਤਾ ਗੁਰੂ ਕੇ ਸਿੱਖਾਂ ਨੂੰ। ਇਸ ਪ੍ਰਕਾਰ ਸਮਾਂ ਆਇਆ, ਆਪ ਜਾਣਦੇ ਹੋ, 9ਵੇਂ ਪਾਤਸ਼ਾਹ ਜੀ ਦਾ। ਫਿਰ ਉਸ ਤੋਂ ਅੱਗੇ 10ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ ਅਤੇ ਫਿਰ ਪਰਮੇਸ਼ਰ ਨੇ ਹੁਕਮ ਕੀਤਾ ਕਿ ਜਾ ਕਰਕੇ ਸੰਸਾਰ 'ਤੇ ਜੀਵਾਂ ਨੂੰ ਸਿੱਧੇ ਰਸਤੇ ਪਾਉਣਾ ਕਰੋ, ਧਰਮ ਦਾ ਵਾਧਾ ਕਰੋ, ਪਾਪ ਨੂੰ ਖਤਮ ਕਰਨਾ ਕਰੋ। ਅਤੇ ਉਸ ਵੇਲੇ ਮਹਾਰਾਜ ਨੇ ਕਿਹਾ, ਮਹਾਰਾਜ ਆਪ ਜੀ ਦੇ ਚਰਨਾਂ ਦੇ ਨਾਲ ਸਾਡਾ ਬੜਾ ਪ੍ਰੇਮ ਬਣਿਆ ਹੋਇਆ, ਇੱਥੋਂ ਵਿਛੜਨ ਨੂੰ ਜੀ ਨਹੀਂ ਕਰਦਾ। ਪਰ ਪਰਮੇਸ਼ਰ ਨੇ ਕਿਹਾ, ਤੈਨੂੰ ਜਾਣਾ ਪਵੇਗਾ, ਤੇਰੇ ਤੋਂ ਬਿਨਾਂ ਇਹ ਕਾਰਜ ਹੁਣ ਸਫਲਾ ਨਹੀਂ ਹੋਣਾ। ਅਤੇ ਆਪ ਜਾਣਦੇ ਹੋ, ਮਹਾਰਾਜ ਜੀ ਦਾ ਬਚਨ ਹੈ। 10ਵੇਂ ਪਾਤਸ਼ਾਹ ਮਹਾਰਾਜ ਜੀ ਆਪਣੀ ਕਲਮਨਾ ਆਪਦੀ ਬਾਣੀ ਵਿੱਚ ਲਿਖਦੇ ਹਨ,
ठाड़ पयो मैं जोर कर बचन कहा सरन्याय पंथ चले तब जगत में जब तुम करो सहाय। ਉਹਨਾਂ ਕਿਹਾ ਮਹਾਰਾਜ ਜੇ ਆਪ ਜੀ ਨੇ ਕਿਹਾ ਤੇਰੇ ਤੋਂ ਪਹਿਲਾਂ ਬੜੇ ਗਏ, ਇਹ ਪਰਮੇਸ਼ਰ ਦੇ ਨਾਲ ਜੋੜਨ ਦਾ ਇਕਰਾਰ ਕਰਕੇ ਗਏ, ਪਰ ਆਪ ਰੱਬ ਬਣ ਬੈਠੇ, ਭਗਵਾਨ ਬਣ ਬੈਠੇ। ਤੇ ਮਹਾਰਾਜ ਕਿਰਪਾ ਕਰੋ ਹੁਣ ਮੇਰੇ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਕਿ ਮੈਨੂੰ ਉਸ ਪਾਸੇ ਜਾਣ ਤੋਂ ਬਚਾ ਕੇ ਰੱਖਣਾ। ਮੈਂ ਆਪ ਜੀ ਦੇ ਹੁਕਮ ਨੂੰ ਸਹੀ ਤਰੀਕੇ ਦੇ ਨਾਲ ਇਹ ਜਿਹੜਾ ਹੈ ਪਾਲਣਾ ਕਰਾਂ। ਤੇ ਮਹਾਰਾਜ ਨੇ ਫਿਰ ਉਸ ਵੇਲੇ ਬਚਨ ਕੀਤਾ ਸੀ, ਮੈਂ ਆਪਣਾ ਸੁਤ ਤੋਹੇ ਨਵਾਜਾ ਪੰਥ ਪਰਚਰ ਕਰ ਬੇਕਉ ਸਾਜਾ। ਮਹਾਰਾਜ ਅਕਾਲ ਪੁਰਖ ਨੇ ਕਿਹਾ ਤੈਨੂੰ ਆਪਣਾ ਪੁੱਤਰ ਥਾਪ ਕੇ ਸੰਸਾਰ ਤੇ ਘੱਲਦਾ ਹਾਂ, ਤੇ ਇਸ ਕਰਕੇ ਤੂੰ ਕਿਸੇ ਗੱਲ ਦੀ ਪਰਵਾਹ ਨਹੀਂ ਕਰਨੀ, ਤੇਰੀ ਹਰ ਥਾਂ ਤੇ ਜੈ ਜੈਕਾਰ ਹੋਵੇਗੀ। ਸੋ ਗੁਰੂ ਕੀ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਨੇ ਸਮਾਂ ਆਇਆ ਤੇ 1699 ਦੀ ਵਿਸਾਖੀ ਤੇ 1756 ਜਿਹੜਾ ਬਿਕਰਮੀ ਸੰਮਤ ਬਣਦਾ ਹੈ। ਤੇ ਇਸ ਪ੍ਰਕਾਰ ਭਾਵ ਮਹਾਰਾਜ ਜੀ ਨੇ ਉਸ ਦਿਨ ਤੇ ਭਰੇ ਦੀਵਾਨ ਦੇ ਵਿੱਚ ਆ ਕਰਕੇ ਤਿਆਰ ਬਰ ਤਿਆਰ ਹੋ ਕੇ, ਵਿਦਵਾਨਾਂ ਨੇ ਕਿਸੇ ਨੇ ਵੱਖ-ਵੱਖ ਗਿਣਤੀ ਵੀ ਦੱਸੀ ਹੈ, ਪਰ ਆਮ ਕਰਕੇ 10 ਲੱਖ ਦਾ ਇਕੱਠ ਦੱਸਿਆ ਗਿਆ ਹੈ। ਤੇ ਉਸ ਵੇਲੇ ਮੰਗ ਕੀਤੀ ਭਾਈ ਸਾਨੂੰ ਅੱਜ ਇੱਕ ਸਿਰ ਦੀ ਲੋੜ ਹੈ। ਤੇ ਜਦੋਂ ਇਹ ਕਿਹਾ ਤੇ ਇੱਕ ਵਾਰ ਸਾਰੇ ਦੀਵਾਨ ਦੇ ਵਿੱਚ ਸਨਾਟਾ ਛਾ ਗਿਆ। ਤੇ ਕੁਝ ਸਮੇਂ ਕੁਝ ਪਲਾਂ ਤੋਂ ਬਾਅਦ ਜੋ ਕਿ ਭਾਈ ਦਇਆ ਰਾਮ ਜੀ ਹਾਜ਼ਰ ਹੋਏ ਤੇ ਮਹਾਰਾਜ ਜੀ ਨੇ ਕਿਹਾ ਭਾਈ ਤੂੰ ਆਪਣੀ ਖੁਸ਼ੀ ਨਾਲ ਆਇਆ, ਕੋਈ ਤੈਨੂੰ ਮੁਸ਼ਕਲ ਤੇ ਨਹੀਂ, ਕੋਈ ਹੋਰ ਕੋਈ ਸਮੱਸਿਆ ਨਹੀਂ। ਕਹਿਣ ਲੱਗਾ ਮਹਾਰਾਜ ਮਾਫ਼ ਕਰਨਾ, ਮੈਂ ਇੰਨਾ ਸਮਾਂ ਆਪ ਜੀ ਦੇ ਬਚਨ ਤੋਂ ਅਵੇਸਲਾ ਹੋ ਚੁੱਕਾ ਹਾਂ, ਹੁਣ ਮੇਰੀ ਹਾਜ਼ਰੀ ਪ੍ਰਵਾਨ ਕਰਨੀ, ਮੇਰਾ ਸੀਸ ਹਾਜ਼ਰ ਹੈ। ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਭਾਈ ਦਇਆ ਸਿੰਘ ਤੋਂ ਬਾਅਦ ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਇਹ 5 ਸਿੱਖਾਂ ਨੇ ਆਪਣੇ ਸੀਸ ਭੇਟ ਕੀਤੇ ਹਨ। ਤੇ ਉਸ ਵੇਲੇ ਜਿੱਥੇ ਕਈਆਂ ਨੂੰ ਅਜੇ ਵੀ ਸ਼ੱਕ ਪੈਂਦਾ ਹੈ ਕਿ ਸਤਿਗੁਰਾਂ ਨੇ ਸੀਸ ਜਿਹੜੇ ਉਹਨਾਂ ਦੇ ਵੱਖ ਨਹੀਂ ਕੀਤੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਰਮਾਨ ਸਤਿਗੁਰ ਮੇਰਾ ਮਾਰ ਜੀ ਵਾਲੇ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਸ਼ਰਤ ਆਣ ਮਿਲਾਇਆ। ਇਸ ਪ੍ਰਕਾਰ ਉਹਨਾਂ ਨੂੰ ਦੁਬਾਰਾ ਸਰਜੀਤ ਕਰਕੇ ਤੇ ਅੰਮ੍ਰਿਤ ਤਿਆਰ ਕਰਕੇ ਖੰਡੇ ਬਾਟੇ ਦਾ ਤੇ ਉਹਨਾਂ ਨੂੰ ਖਾਲਸਾ ਰੂਪ ਦੇ ਵਿੱਚ ਲਿਆ ਕਰਕੇ ਉਹਨਾਂ ਨੂੰ ਸੰਸਾਰ ਦੇ ਸਾਹਮਣੇ ਪੇਸ਼ ਕਰ ਦਿੱਤਾ। ਤੇ ਇਹ ਧਰਮ ਦੀ ਖਾਲਸੇ ਦੀ ਨੀਤ ਜਿਹੜੀ ਰੀਤ ਸੀ ਪ੍ਰਚਲਿਤ ਕੀਤੀ ਹੈ। ਇਸ ਤੋਂ ਉਪਰੰਤ ਫਿਰ ਮਹਾਰਾਜ ਨੇ ਆਪ ਕਿਹਾ ਕਿ ਹੁਣ ਭਾਈ ਜਿਵੇਂ ਤੁਸੀਂ ਆਪ ਸਿੰਘ ਸੱਜੇ ਹੋ, ਮੈਨੂੰ ਵੀ ਸਜਾਉਣਾ ਕਰੋ। ਸਿੱਖਾਂ ਕਿਹਾ ਮਹਾਰਾਜ ਅਜੇ ਤੱਕ ਇਹ ਕਿਤੇ ਵੀ ਨਹੀਂ ਸੁਣਿਆ ਕਿ ਸਿੱਖ ਜਿਹੜੇ ਹਨ ਉਹ ਗੁਰੂ ਨੂੰ ਸਿੱਖਿਆ ਦੇ ਸਕਣ, ਪਰ ਸਤਿਗੁਰਾਂ ਕਿਹਾ ਇਹ ਹੁਣ ਸਮਾਂ ਹੈ। ਤਾਂ ਹੀ ਭਾਈ ਗੁਰਦਾਸ ਸਿੰਘ ਜੀ ਜਿਹੜੇ ਹੋਏ ਹਨ, ਇੱਕ ਭਾਈ ਗੁਰਦਾਸ ਜੀ ਉਹ ਹਨ ਜਿਨ੍ਹਾਂ ਨੇ 5ਵੇਂ ਪਾਤਸ਼ਾਹ ਵੇਲੇ ਮਹਾਰਾਜ ਦੀ ਗੁਰਬਾਣੀ ਲਿਖਣ ਦੀ, ਹੋਰ ਗੁਰੂ ਘਰ ਦੀ ਸੇਵਾ ਕਰਨ ਦੀ ਸੇਵਾ ਜਿਹੜੀ ਹੈ ਉਹ ਆਪ ਕੀਤੀ ਹੈ ਤਨ ਮਨ ਧਨ ਕਰਕੇ। ਇਹ ਭਾਈ ਗੁਰਦਾਸ ਸਿੰਘ ਜੀ ਉਹ ਹਨ ਜਿਹੜੇ ਮਹਾਰਾਜ ਦੇ ਵੇਲੇ ਕਵੀ ਸਿੰਘ ਹੋਏ ਹਨ। ਮਹਾਰਾਜ ਦੀ ਹਜ਼ੂਰੀ ਵਿੱਚ ਉਹ ਕਈ ਤਰ੍ਹਾਂ ਦੀਆਂ ਰਚਨਾ ਕਰਦੇ ਰਹੇ। ਉਹਨਾਂ ਨੇ ਲਿਖਿਆ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਉਹਨਾਂ ਕਿਹਾ ਭਾਈ ਦਇਆ ਰਾਮ ਜਿਹੜੇ ਆਏ ਦਇਆ ਸਿੰਘ ਬਣ ਗਏ। ਸਭ ਤੋਂ ਪਹਿਲਾਂ ਜਿਹੜੀ ਹੈ ਮੇਰੇ ਖਾਲਸੇ ਵਿੱਚ ਦਇਆ ਹੋਏਗੀ, ਦਇਆ ਦੇ ਨਾਲ ਫਿਰ ਧਰਮ ਪੈਦਾ ਹੁੰਦਾ। ਧੌਲ ਧਰਮ ਦਇਆ ਕਾ ਪੂਤ, ਇਹਨਾਂ ਦਾ ਆਪਸ ਵਿੱਚ ਸੰਬੰਧ ਹੈ। ਜਦੋਂ ਧਰਮ ਤੇ ਜਿਹੜੀ ਹੈ ਦਇਆ ਆ ਗਈ ਤੇ ਫਿਰ ਹਿੰਮਤ ਆ ਜਾਵੇਗੀ ਖਾਲਸੇ ਦੇ ਵਿੱਚ। ਇਹ ਖਾਲਸਾ ਆਲਸ ਵਾਲਾ ਨਹੀਂ ਹੋਵੇਗਾ, ਦਲਿੱਦਰੀ ਨਹੀਂ ਹੋਵੇਗਾ। ਹਿੰਮਤ ਤੋਂ ਬਾਅਦ ਉਹਨਾਂ ਕਿਹਾ ਫਿਰ ਮੋਖ ਮਤਾਈ ਤੋਂ ਭਾਵ ਜਿਹੜਾ ਮੋਖ ਹੁੰਦਾ ਕਿ ਪਕਿਆਈ ਕਰਨੀ। ਖਾਲਸੇ ਵਿੱਚ ਪਕਿਆਈ ਪਰਪੱਕ ਹੋਣਗੇ ਮੇਰੇ ਸਿੱਖ ਜਿਹੜੇ ਹੋਣਗੇ, ਰਹਿਣੀ ਬਹਿਣੀ ਦੇ ਵਿੱਚ ਬਾਣੀ ਤੇ ਬਾਣੇ ਵਿੱਚ ਨਾਮ ਦੇ ਨਾਲ ਜੁੜ ਕੇ ਰਹਿਣਗੇ। ਸੋ ਗੁਰੂ ਕੀ ਸਾਧ ਸੰਗਤ ਫਿਰ ਸਹਿਬੀ ਭਾਵ ਜਦੋਂ ਦਇਆ ਤੇ ਧਰਮ ਆ ਗਿਆ, ਹਿੰਮਤ ਆ ਗਈ ਤੇ ਪਰਪੱਕ ਹੋ ਗਏ ਤੇ ਫਿਰ ਸਹਿਬ ਦੀ ਪ੍ਰਾਪਤੀ ਹੁੰਦੀ ਹੈ। ਜੋ ਸਤਿਗੁਰੂ ਜੀ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮਹਾਰਾਜ ਨੇ ਕਿਹਾ ਅੱਜ ਤੋਂ ਇਹ ਜਿਹੜੀ ਰਹਿਤ ਹੈ ਇਹ ਖਾਲਸੇ ਦੇ ਵਿੱਚ ਪੱਕੀ ਪ੍ਰਚਲਿਤ ਹੈ ਕਿ ਭਾਈ ਸਾਡਾ ਸਿੱਖ ਉਹ ਹੋਵੇਗਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਸੋ ਸਾਹਿਬ ਮੈਂ ਉਸਕਾ ਚੇਰਾ। ਤੇ ਸਰਬਲੋਕ ਗ੍ਰੰਥ ਦੇ ਵਿੱਚ ਮਹਾਰਾਜ ਜੀ ਦਾ ਫਰਮਾਨ ਹੈ, ਸਤਿਗੁਰੂ ਜੀ ਦਾ ਫਰਮਾਨ ਖਾਲਸਾ ਮੇਰੋ ਰੂਪ ਹੈ ਖਾਲਸ, ਖਾਲਸੇ ਮੈਂ ਹੋ ਕਰੋ ਨਿਵਾਸ। ਕਿਉਂਕਿ ਆਪ ਜਾਣਦੇ ਹੋ ਹਰਿਮੰਦਰ ਸਾਹਿਬ ਜੀ ਦੇ ਵਿੱਚ ਉਹਨਾਂ ਬਾਣੀਆਂ ਦਾ ਕੀਰਤਨ ਹੁੰਦਾ ਹੈ ਜਿਹੜੀਆਂ ਪ੍ਰਮਾਣਿਤ ਹਨ।
ਕੱਚੀ ਬਾਣੀ ਦਾ ਕੀਰਤਨ ਨਹੀਂ ਕੀਤਾ ਜਾਂਦਾ। ਜਿਹੜੀਆਂ ਬਾਣੀਆਂ ਪ੍ਰਮਾਣਿਤ ਹਨ ਗੁਰੂ ਸਾਹਿਬ ਜੀ ਦੀਆਂ ਆਪਣੀਆਂ ਰਚਨਾ, ਇਹ ਸਾਡੀ ਕਈ ਵਾਰ ਸੋਚ ਦੇ ਵਿੱਚ ਫਰਕ ਪੈਂਦਾ। ਸਾਨੂੰ ਕਈਆਂ ਨੇ ਇਹ ਭੁਲੇਖੇ ਪਾਉਣੇ ਕੀਤੇ ਹਨ। ਤੇ ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਸਤਿਗੁਰਾਂ ਨੇ ਕਿਹਾ ਮੈਨੂੰ ਸਿੱਖ ਨਾਲੋਂ ਰਹਿਤ ਜਿਹੜੀ ਉਹ ਜ਼ਿਆਦਾ ਪਿਆਰੀ ਹੈ। ਜਿਹੜਾ ਰਹਿਣੀ ਬਹਿਣੀ ਵਿੱਚ ਰਹੇਗਾ ਮੈਨੂੰ ਬਹੁਤ ਪਿਆਰਾ ਲੱਗੇਗਾ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਉਸ ਦਿਨ ਇਹ ਮਹਾਰਾਜ ਨੇ ਖਾਲਸੇ ਨੂੰ ਇਹ ਜਿਹੜਾ ਸਾਜਣਾ ਕੀਤਾ ਹੈ, ਅੰਮ੍ਰਿਤਧਾਰੀ ਰੂਪ ਦੇ ਕੇ ਸਿੰਘ ਸਾਜਿਆ ਹੈ। ਤੇ ਉਸੇ ਦਿਨ ਹੀ ਫਿਰ ਨਾਲ ਇਤਿਹਾਸ ਜ਼ਿਕਰ ਆਉਂਦਾ ਹੈ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੇ ਪਰਿਵਾਰ ਨੇ ਅੰਮ੍ਰਿਤ ਛਕਣਾ ਕੀਤਾ ਹੈ। ਇੱਥੋਂ ਤੱਕ ਇਤਿਹਾਸ ਵਿੱਚ ਦੱਸਿਆ ਜਾਂਦਾ ਕਿ ਕੇਸਗੜ੍ਹ ਸਾਹਿਬ ਦੀ ਜਦੋਂ ਦੁਬਾਰਾ ਇਮਾਰਤ ਬਣੀ ਹੈ ਤੇ ਸੰਤ ਹਰਖੋਵਾਲ ਵਾਲੇ ਬਾਬਾ ਜਵਾਲਾ ਸਿੰਘ ਜੀ ਤੇ ਇੱਕ ਹੋਰ ਮਹਾਂਪੁਰਖਾਂ ਦਾ ਨਾਂ ਆਉਂਦਾ ਹੈ, ਇਹਨਾਂ ਜਦੋਂ ਉਹ ਨੀਹਾਂ ਦੀ ਪਟਾਈ ਕਰਵਾਈ ਹੈ ਤੇ ਉੱਥੋਂ ਕਹਿੰਦੇ ਤਾਂਬੇ ਦੇ ਪੱਤਰੇ ਨਿਕਲੇ ਤੇ ਉਹਨਾਂ ਦੇ ਵਿੱਚ ਲਿਖਿਆ ਸੀ ਕਿ ਇਸ ਦਿਨ ਤੇ ਨਾਲ ਹੀ ਮਹਾਰਾਜ ਦੇ ਸਾਹਿਬਜ਼ਾਦਿਆਂ ਪਰਿਵਾਰ ਨੇ ਵੀ ਅੰਮ੍ਰਿਤ ਛਕਣਾ ਕੀਤਾ ਹੈ। ਇੱਥੋਂ ਤੱਕ ਦੱਸਿਆ ਗਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਦਿਨ ਸਿੰਘ ਸੱਜ ਗਏ। ਪਹਿਲੇ ਦਿਨ ਮਹਾਰਾਜ ਨੇ ਕਿਹਾ ਸਿੱਖੀ ਵਿੱਚ ਬਹੁਤ ਵਾਧਾ ਹੋਇਆ ਹੈ, ਇਸ ਪ੍ਰਕਾਰ ਚੜ੍ਹਦੀ ਕਲਾ ਰਵੇਗੀ। ਗੁਰੂ ਕੀ ਸਾਧ ਸੰਗਤ ਇਹ ਵਿਸਾਖੀ ਦਾ ਦਿਹਾੜਾ ਖਾਸ ਕਰਕੇ ਸਿੱਖ ਮੱਤ ਦੇ ਵਿੱਚ ਬਹੁਤ ਵੱਡਾ ਇਹ ਖਾਲਸੇ ਮੱਤ ਦੇ ਨਾਲ ਸੰਬੰਧ ਰੱਖਦਾ ਹੈ। ਇਸ ਤੋਂ ਪਹਿਲਾਂ ਜੇ ਆਪਾਂ ਗਿਣੀਏ ਤੇ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਗਏ ਹਨ ਦਿੱਲੀ ਦੇ ਵਿੱਚ ਤੇ ਉਸ ਵੇਲੇ ਜਿਹੜੀ ਮਾਰ ਕੇ ਜਵਾਲਣ ਵਾਲੀ ਗੱਲ ਹੈ, ਉੱਥੇ ਬਾਦਸ਼ਾਹ ਦਾ ਕੁਦਰਤੀ ਹਾਥੀ ਮਰ ਗਿਆ ਤੇ ਜਿਹੜਾ ਉਹਦਾ ਮੁਹਾਵਤ ਸੀ ਉਹ ਕਹਿਣ ਲੱਗਾ ਮਹਾਰਾਜ ਮੇਰੀ ਤੇ ਉਪਜੀਵਿਕਾ ਸੀ ਤੇ ਮੇਰਾ ਕਾਰੋਬਾਰ ਬੰਦ ਹੋ ਜਾਵੇਗਾ, ਇਹ ਬਾਦਸ਼ਾਹ ਮੈਨੂੰ ਕੱਢ ਦੇਵੇਗਾ, ਕਿਰਪਾ ਕਰੋ ਇਹਨੂੰ ਉਸੇ ਤਰ੍ਹਾਂ ਫਿਰ ਕਾਇਮ ਹੋ ਜਾਵੇ। ਸਤਿਗੁਰਾਂ ਨੇ ਆਪਣੀ ਮਿਹਰ ਭਰੀ ਦ੍ਰਿਸ਼ਟੀ ਉਹਦੇ ਉੱਪਰ ਪਾਈ ਤੇ ਹਾਥੀ ਜਿਹੜਾ ਸੀ ਉਹ ਜਿਉਂਦਾ ਹੋ ਗਿਆ। ਚਾਰਨ ਕਰੋ ਸ੍ਰੀ ਵਾਹਿਗੁਰੂ। ਉਸ ਵੇਲੇ ਬਾਦਸ਼ਾਹ ਨੇ ਕਿਹਾ ਕਿ ਜੇ ਆਪ ਵਿੱਚ ਇੰਨੀ ਸ਼ਕਤੀ ਹੈ ਤੁਸੀਂ ਹਾਥੀ ਨੂੰ ਜਿਉਂਦਾ ਕਰ ਸਕਦੇ ਹੋ ਤੇ ਫਿਰ ਮਾਰ ਕੇ ਵਿਖਾਓ। ਤੇ ਸਤਿਗੁਰੂ ਜੀ ਕਹਿੰਦੇ ਭਾਈ ਮਾਰਨਾ ਜਵਾਲਣਾ ਪਰਮੇਸ਼ਰ ਦੇ ਹੱਥ ਵਿੱਚ ਹੈ। ਇਹ ਤੇ ਉਹਨੇ ਗਰੀਬ ਜੀਵ ਨੇ ਬੇਨਤੀ ਕੀਤੀ, ਪਰਮੇਸ਼ਰ ਅੱਗੇ ਬੇਨਤੀ ਕੀਤੀ ਗਈ ਹੈ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਤੇ ਉਹਨੇ ਕਿਹਾ ਨਹੀਂ ਇਹ ਜਿੰਦਾ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਚੰਗਾ ਲੱਗੇ ਤਾਂ ਲੱਗੇਗਾ, ਇਹ ਫਿਰ ਭਾਵੇਂ ਇਹ ਜਿਹੜਾ ਫਿਰ ਮਰ ਜਾਵੇਗਾ। ਜੋ ਬਾਦਸ਼ਾਹ ਨੇ ਕਿਹਾ ਮਾਰ ਕੇ ਵਿਖਾ ਲਓ ਤੇ ਹਾਥੀ ਫਿਰ ਖਤਮ ਹੋ ਗਿਆ। ਜੋ ਦੂਜੀ ਵਾਰ ਹਾਥੀ ਇਹ ਆਪਣਾ ਸਰੀਰ ਛੱਡ ਗਿਆ ਤੇ ਉਸ ਵੇਲੇ ਮਹਾਵਤ ਨੇ ਕਿਹਾ ਮਹਾਰਾਜ ਬਾਦਸ਼ਾਹ ਨੇ ਤੇ ਤਸੱਲੀ ਕਰ ਲਈ, ਪਰ ਮੇਰਾ ਗਰੀਬ ਜਿਹੜਾ ਸੀ ਇਹਦਾ ਕਾਰੋਬਾਰ ਸੀ ਮੇਰਾ ਇਹ ਸਾਰਾ ਠੱਪ ਹੋ ਗਿਆ, ਮੈਂ ਕੀ ਕਰਾਂ, ਕਿਰਪਾ ਕਰੋ। ਫਿਰ ਸਤਿਗੁਰਾਂ ਨੇ ਕਿਰਪਾ ਕੀਤੀ। ਭਾਵ ਇਸ ਪ੍ਰਕਾਰ ਸਤਿਗੁਰਾਂ ਨੇ ਇਹ ਸਿੱਖਾਂ ਨੂੰ ਨਵਾਂ ਜਨਮ ਦਿੱਤਾ ਹੈ। ਗੁਰੂ ਕੀ ਸਾਧ ਸੰਗਤ ਫਿਰ ਆਇਆ ਸਮਾਂ ਤੇ ਮਹਾਰਾਜ ਜੀ ਦੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਬੌਲੀ ਸਾਹਿਬ ਤਿਆਰ ਕੀਤਾ ਹੈ ਤੇ ਤਿਆਰ ਹੋਣ ਤੋਂ ਬਾਅਦ ਉੱਥੇ ਜਿਵੇਂ ਆਪਾਂ ਕਹਿ ਲੈਂਦੇ ਮਹੂਰਤ ਕਰਨਾ ਜਾਂ ਚੱਠ ਕਰਨੀ ਪੰਜਾਬੀ ਬੋਲੀ ਵਿੱਚ, ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਆਪਣੇ ਹੁਕਮ ਭੇਜੇ ਤੇ ਸੰਗਤਾਂ ਆਈਆਂ ਤੇ ਪਹਿਲੀ ਵਾਰ ਉਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖ ਮੱਤ ਦੇ ਵਿੱਚ ਗੁਰਮਤਿ ਅਨੁਸਾਰ ਜਿਹੜਾ ਸੀ ਇਹ ਵਿਸਾਖੀ ਦਾ ਜੋੜ ਮੇਲਾ ਪਹਿਲਾਂ ਇੱਥੋਂ ਤਿਆਰ ਕੀਤਾ ਹੈ ਤੇ ਨਾਲੇ ਹੁਕਮ ਕੀਤਾ ਭਾਈ ਪਾਰੋ ਜੀ ਦੇ ਕਹਿਣ ਤੇ ਕਿ ਜਿਹੜੇ ਆਸੇ-ਪਾਸੇ ਸਿੱਖ ਰਹਿੰਦੇ ਹਨ ਇਸ ਦਿਨ ਆ ਕੇ ਇੱਥੇ ਇਕੱਤਰ ਹੋਣ। ਗੁਰਮਤਿ ਦੀਆਂ ਵਿਚਾਰਾਂ ਹੁੰਦੀਆਂ ਹਨ ਤੇ ਨਾਲ ਹੋਰ ਵਾਧਾ ਹੁੰਦਾ ਹੈ ਗਿਆਨ ਦੇ ਵਿੱਚ, ਜਾਣਕਾਰੀ ਦੇ ਵਿੱਚ। ਇਸ ਪ੍ਰਕਾਰ ਗੁਰੂ ਕੀ ਸਾਧ ਸੰਗਤ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਤਰ੍ਹਾਂ ਜਦੋਂ ਸਰੋਵਰ ਦੀ ਨੀਂਹ ਰੱਖੀ ਹੈ ਤੇ ਇਸੇ ਪ੍ਰਕਾਰ ਹੋਰ ਸੇਵਾ ਕਰਵਾਈ ਹੈ। ਉਸ ਦਿਨ ਵੀ ਵਿਸਾਖੀ ਦਾ ਦਿਹਾੜਾ ਸੀ। ਗੁਰੂ ਕੀ ਸਾਧ ਸੰਗਤ ਹੋਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਵੀ ਵਿਸਾਖੀ ਦੇ ਦਿਹਾੜੇ ਦੇ ਨਾਲ ਸੰਬੰਧਿਤ ਦਿਹਾੜੇ ਹਨ। ਗੁਰੂ ਕੀ ਸਾਧ ਸੰਗਤ ਫਿਰ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਇਸ ਤੋਂ ਅੱਗੇ ਫਿਰ ਜਿਹੜਾ ਦਮਦਮਾ ਸਾਹਿਬ ਜਾ ਕਰਕੇ 1706 ਦੇ ਵਿੱਚ ਵਿਸਾਖੀ ਦਾ ਇਹ ਜੋੜ ਮੇਲਾ ਮਨਾਉਣਾ ਕੀਤਾ। ਫਿਰ ਬੰਦੇ ਬਹਾਦਰ ਜੀ ਨੇ ਇਹ ਜੋੜ ਮੇਲਾ ਫਿਰ ਆਨੰਦਪੁਰ ਸਾਹਿਬ ਮਨਾਇਆ। ਇਸ ਪ੍ਰਕਾਰ ਹੋਰ ਅਨੇਕ ਜਿਹੜੇ ਦਿਹਾੜੇ ਸੰਬੰਧ ਰੱਖਦੇ ਹਨ, ਗੁਰੂ ਕਿਰਪਾ ਕਰੇ। ਸੋ ਗੁਰੂ ਕੀ ਸਾਧ ਸੰਗਤ ਇੱਥੇ ਹੁਣ ਜੋ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ ਸਗਰਾਂਦ ਦੇ ਸੰਬੰਧ ਵਿੱਚ ਅੱਜ ਉਪਦੇਸ਼ ਦੇਣਾ ਕੀਤਾ ਹੈ, ਆਓ ਇਸ ਦੇ ਨਾਲ ਜੁੜਨਾ ਕਰੀਏ। ਮਹਾਰਾਜ ਕਿਰਪਾ ਕਰਨ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵੈਸਾਖ ਤਿੰਨ ਕੋ ਵਧਿਆ
ਜਿਨਾ ਪ੍ਰੇਮ ਬਸੋਹ। ਗੁਰੂ ਕੀ ਪਿਆਰੀ ਸਾਧ ਸੰਗਤ, ਸਤਿਗੁਰੂ ਜੀ ਫਰਮਾਨ ਜਿਵੇਂ ਕਰਦੇ ਹਨ ਪੰਜਵੇਂ ਪਾਤਸ਼ਾਹ, ਇਸੇ ਪ੍ਰਕਾਰ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਦੇ ਵਿੱਚ ਕਿਰਪਾ ਕੀਤੀ, ਆਪ ਜੀ ਨੇ ਸਰਵਣ ਕੀਤਾ ਹੈ। ਉੱਥੇ ਵੀ ਜੀਵ ਆਤਮਾ ਪੁਕਾਰ ਕਰਦੀ ਵਾਹਿਗੁਰੂ ਦੇ ਅੱਗੇ, ਵੈਸਾਖ ਭਲਾ ਸਾਖਾ ਵੇਸ ਕਰੇ, ਤੇ ਤਨ ਦੇਖੇ ਹਰਿਦੁਆਰ ਆਓ ਦਇਆ ਕਰੇ। ਹੇ ਮਹਾਰਾਜ, ਵੈਸਾਖ ਭਾਵ ਉਹਦੀ ਗਵਾਹੀ ਦੇਣ ਵਾਲੇ, ਪਰਮੇਸ਼ਰ ਦੇ ਨਾਲ ਮਨਾਉਣ ਵਾਲੇ ਗੁਰੂ ਹਨ। ਤੇ ਗੁਰੂ ਆ ਕੇ ਮਿਲਣ ਤੇ ਮਹਾਰਾਜ ਮੇਰੇ ਹਿਰਦੇ ਘਰ ਦੇ ਵਿੱਚ ਆ ਕੇ ਪ੍ਰਗਟ ਹੋਣਾ ਕਰੋ। ਮੈਂ ਜੀਵ ਰੂਪ ਇਸਤਰੀ ਆਪ ਦੇ ਅੱਗੇ ਬੇਨਤੀ ਕਰਦੀ ਹਾਂ, ਤੇਰੇ ਤੋਂ ਵਿਛੜੀ ਹੋਈ ਹਾਂ, ਆਪਣੇ ਨਾਲ ਮਿਲਾ ਲੈਣਾ ਕਰੋ। ਇਸੇ ਗੁਰੂ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਇੱਥੇ ਪੰਜਵੇਂ ਪਾਤਸ਼ਾਹ 12ਵਾਂ ਮਾਝ ਦੇ ਵਿੱਚ ਕਿਰਪਾ ਕੀਤੀ ਹੈ। ਵੈਸਾਖ ਧੀਰਨ ਕਿਉਂ ਵਾਂਢੀਆਂ, ਇਹ ਅਸਲ ਸ਼ਬਦ ਵਾਂਢੀਆਂ ਹੈ। ਜੇ ਆਪਾਂ ਕਹਿੰਦੇ ਵਾਂਢੇ ਗਿਆ, ਵਾਂਢੇ ਤੋਂ ਭਾਵ ਆਪਣੇ ਤੋਂ ਵਿਛੜ ਜਾਣਾ, ਕਿਸੇ ਨੇ ਦੂਜੇ ਥਾਂ ਚਲੇ ਜਾਣਾ, ਹਟਵੇਂ ਚਲੇ ਜਾਣਾ। ਤੇ ਇਹ ਸ਼ਬਦ ਜਿਹੜਾ ਹੈ ਹੋਰ ਵੀ ਇੱਕ ਦੋ ਜਗ੍ਹਾ ਗੁਰੂ ਗ੍ਰੰਥ ਵਿੱਚ ਮਹਾਰਾਜ ਨੇ ਲਿਖਿਆ, ਤੇ ਬਿੰਦੀ ਲਾ ਕੇ ਉਚਾਰਨ ਕੀਤਾ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਵੈਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਬਛੋ। ਵੈਸਾਖ ਭਾਵ ਉਸ ਪਰਮੇਸ਼ਰ ਤੋਂ ਬਿਨਾ ਉਹ ਰੂਹਾਂ ਜਿਹੜੀਆਂ ਕਿਵੇਂ ਧੀਰਜ ਕਰ ਸਕਦੀਆਂ ਹਨ, ਜਿਨ੍ਹਾਂ ਨੂੰ ਪ੍ਰੇਮ ਦਾ ਵਿਛੋੜਾ ਲੱਗਾ ਹੋਇਆ ਹੈ। ਤੇ ਇਸ ਕਰਕੇ ਮਹਾਰਾਜ ਕਿਰਪਾ ਕਰ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵਾਂ, ਚਿਰ ਪਇਓ ਦਰਸ਼ਨ ਦੇਖੇ। ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਜਿਹੜੀ ਰੂਹ ਹੈ ਪਰਮੇਸ਼ਰ ਦੇ ਅੱਗੇ ਬੇਨਤੀ ਕਰਦੀ ਹੈ, ਜਦੋਂ ਮਨ ਕਰਕੇ ਇਹ ਜੀਵ ਦਾ ਜਿਹੜਾ ਹੈ ਟਿਕਾ ਹੁੰਦਾ ਹੈ। ਤੇ ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚ ਫਰਮਾਨ ਹੈ, ਜੋ ਜ਼ਬਾਨ ਸਾਡੀ ਕਹਿ ਰਹੀ ਉਹ ਹਿਰਦੇ ਵਿੱਚ ਹੋਵੇ, ਇੱਕਦਮ ਉਹ ਜਿਹੜੀ ਹੈ ਬੇਨਤੀ ਪ੍ਰਵਾਨ ਹੋ ਜਾਂਦੀ ਹੈ। ਪਰਮੇਸ਼ਰ ਚਾਹੇ ਤੇ ਉਹ ਕਿਰਪਾ ਕਰ ਦਿੰਦਾ ਹੈ। ਇਸ ਪ੍ਰਕਾਰ ਜਦੋਂ ਬੇਨਤੀ ਕੀਤੀ, ਵੈਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਵਿਛੋਹ। ਅਗਲਾ ਜਿਹੜਾ ਫਰਮਾਨ ਫਿਰ ਇਸ ਤਰ੍ਹਾਂ ਕਰਦੇ ਹਨ, ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋਹ। ਸਤਿਗੁਰੂ ਜੀ ਕਹਿੰਦੇ ਫਿਰ ਪਰਮੇਸ਼ਰ ਨੇ ਕਿਹਾ ਕਿ ਤੈਨੂੰ ਵਿਛੋੜਾ ਕਿਹੜਾ ਹੈ। ਤੇ ਉਸ ਵੇਲੇ ਜੀਵ ਆਤਮਾ ਦੀ ਪ੍ਰਕਾਰ ਹੈ ਰੱਬ ਦੇ ਪਿਆਰਿਆਂ ਦੀ, ਕਿ ਜਿਹੜਾ ਅਸਲ ਸਾਜਣ ਹੈ, ਅਸਲ ਸੱਜਣ ਮਿੱਤਰ ਹੈ ਪਰਮੇਸ਼ਰ ਜਿਹੜਾ ਹੈ, ਜਿਹਦਾ ਸਾਥ ਸਦਾ ਨਿਭਣ ਵਾਲਾ ਹੈ। ਕਿਉਂ, ਜਿੱਥੇ ਮਾਤ ਪਿਤਾ ਸੁਤ ਮੀਤ ਨਾ ਭਾਈ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਜਿੱਥੇ ਕੋਈ ਵੀ ਸਾਖ ਸੰਬੰਧੀ ਸੱਜਣ ਮਿੱਤਰ ਨਹੀਂ ਖਲੋ ਸਕਦਾ, ਸਤਿਗੁਰੂ ਜੀ ਕਹਿੰਦੇ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ। ਇਸ ਪ੍ਰਕਾਰ ਅਸੀਂ ਮਹਾਰਾਜ ਤੈਨੂੰ ਇਹ ਭੁੱਲ ਚੁੱਕੇ ਹਾਂ, ਤੂੰ ਕਿਤੇ ਗਿਆ ਹੋਇਆ ਨਹੀਂ, ਅਸੀਂ ਭੁੱਲ ਜਾਂਦੇ ਹਾਂ। ਤੇ ਇਸ ਕਰਕੇ ਹਰ ਸਾਜਨ ਪੁਰਖ ਵਸਾਰ ਕੇ ਲੱਗੀ ਮਾਇਆ ਤੋਂ। ਸਾਨੂੰ ਮੁਸ਼ਕਲਾਂ ਤਾਂ ਬਣਦੀਆਂ ਹਨ ਜਦੋਂ ਉਧਰੋਂ ਧਿਆਨ ਸਾਡਾ ਟੁੱਟ ਜਾਂਦਾ ਹੈ, ਜਿਹੜੀ ਬਿਰਤੀ ਉਹਦੇ ਨਾਲੋਂ ਟੁੱਟ ਜਾਂਦੀ ਹੈ, ਤੇ ਉੱਥੋਂ ਕਾਰਜ ਸਾਰਾ ਵਿਗੜ ਜਾਂਦਾ ਹੈ ਮਾਨਸ ਜਨਮ ਦਾ। ਜਿਹੜੇ ਉਹਦੇ ਨਾਲ ਜੁੜ ਕੇ ਰਹਿੰਦੇ ਹਨ, ਜੋ ਵੀ ਕਰਦੇ ਹਨ, ਨਾਮ ਜਪਣਾ, ਬਾਣੀ ਪੜ੍ਹਨੀ, ਪਰਮੇਸ਼ਰ ਦਾ ਜਸ ਸੁਣਨਾ ਕਰਨਾ, ਜੇ ਤੇ ਸ਼ਬਦ ਤੇ ਸੁਰਤ ਦਾ ਮਿਲਾਪ ਹੋਵੇਗਾ ਫਿਰ ਉਹਦਾ ਆਨੰਦ ਬਣ ਜਾਂਦਾ ਹੈ। ਤੇ ਜੇ ਇਹਨਾਂ 'ਚੋਂ ਇੱਕ ਵੀ ਕਮੀ ਹੋ ਜਾਵੇ, ਉਹ ਫਿਰ ਪੂਰਾ ਆਨੰਦ ਸਫਲਤਾ ਨਹੀਂ ਪ੍ਰਾਪਤ ਹੁੰਦੀ। ਇਸ ਕਰਕੇ ਕਹਿੰਦੇ ਮਹਾਰਾਜ ਅਸੀਂ ਤੇਰੇ ਤੋਂ ਵਿਛੜ ਗਏ ਹਾਂ, ਤੇ ਇਹ ਜਿਹੜੀ ਮਾਇਆ ਹੈ ਇਹ ਛਲ ਕਰਕੇ ਸਾਨੂੰ ਖੁਆਰ ਕਰ ਰਹੀ ਹੈ। ਪੁੱਤਰ ਕਲਤਰ ਨ ਸੰਗਤ ਨਾ, ਹਰ ਅਵਨਾਸੀ ਉਹ। ਕਹਿੰਦੇ ਜਿਹੜਾ ਪੁੱਤਰ ਹੈ ਤੇ ਕਲਤਰ ਕਹਿੰਦੇ ਇਸਤਰੀ, ਹੋਰ ਜਿਹੜਾ ਧਨ ਪਦਾਰਥ ਹੈ ਜਿਹਨੂੰ ਜੀਵ ਸਦਾ ਕਹਿੰਦਾ ਕਿ ਮੈਂ ਬੜਾ ਕੁਝ ਬਣਾ ਲਿਆ, ਮੈਨੂੰ ਆਹ ਮਿਲ ਜਾਵੇ, ਆਹ ਮਿਲ ਜਾਵੇ। ਇਹ ਕਹਿੰਦੇ ਜੋ ਕੁਝ ਵੀ ਹੈ ਪੁੱਤਰ ਕਲਤਰ ਨਾ ਸੰਗਤ ਨਾ, ਇਹ ਸਦਾ ਰਹਿਣ ਵਾਲਾ ਨਹੀਂ, ਨਾਸਵੰਤ ਹੈ। ਤੇ ਜੇ ਨਾਸ ਨੂੰ ਰਹਿਤ ਹੈ ਤੇ ਇੱਕ ਪਰਮੇਸ਼ਰ ਹੈ ਜਿਹੜਾ ਆਦ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਸਦਾ ਰਹਿੰਦਾ ਹੈ ਤੇ ਸਦਾ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ, ਅਵਿਨਾਸੀ ਪਰਮੇਸ਼ਰ ਤੋਂ ਬਿਨਾਂ ਸਭ ਨਾਸਵੰਤ ਹੈ, ਦ੍ਰਿਸ਼ਟਮਾਨ ਸਭ ਬਿਨਸ ਹੈ, ਕਿਆ ਲੱਗੇ ਗਵਾਰ। ਤੇ ਜਿਹੜਾ ਸਾਥ ਨਿਭਣ ਵਾਲਾ ਹੈ, ਜਿੰਨਾ ਚਿਰ ਉਹਦੇ ਨਾਲ ਪ੍ਰੇਮ ਨਾ ਬਣੇਗਾ ਉਹਨਾਂ ਚਿਰ ਝੋਰਾ ਨਹੀਂ ਮਿਟਦਾ ਤੇ ਆਨੰਦ ਪ੍ਰਾਪਤ ਨਹੀਂ ਹੁੰਦਾ ਹੈ। ਪਲਤ ਪਲਤ ਸਦਲੇ ਮੋਏ,
ਝੂਟੈ ਤੰਦੇ ਮੋਹ। ਇਹ ਜੀਵ ਰਾਤ ਨੇ ਖੁਆਰ ਹੁੰਦਾ ਹੈ, ਖੱਬ ਜਾਂਦਾ ਹੈ ਕਾਰੋਬਾਰ ਦੇ ਵਿੱਚ, ਕ੍ਰਿਜ ਕੇ ਭਾਵ ਬਹੁਤ ਸਖਤ ਘਾਲਣਾ ਘਾਲਦਾ ਹੈ। ਆਪਣੇ ਆਪ ਨੂੰ ਪਾਲਣ ਵਾਸਤੇ, ਪਰਿਵਾਰ ਨੂੰ ਪਾਲਣ ਵਾਸਤੇ, ਆਉਣ ਵਾਲੇ ਸਮੇਂ ਵਾਸਤੇ ਜਮ੍ਹਾਂ ਕਰਨ ਵਾਸਤੇ ਕਈ ਤਰ੍ਹਾਂ ਦੇ ਯਤਨ ਕਰਦਾ ਹੈ। ਕਹਿੰਦੇ ਇੱਕ ਨਹੀਂ, ਆਮ ਸ੍ਰਿਸ਼ਟੀ ਦਾ ਇਹ ਹਾਲ ਹੈ ਕਿ ਕਾਰੋਬਾਰ ਦੇ ਵਿੱਚੋਂ ਜਿਹੜਾ ਕਿਸੇ ਪਾਸੇ ਵੀ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਕਿਸੇ ਵਿਦਵਾਨ ਦਾ ਕਹਿਣਾ ਹੈ, ਜਬ ਲਗ ਤੇਰੀ ਜ਼ਿੰਦਗੀ ਹੈ ਫੁਰਸਤ ਨਾ ਮਿਲੇਗੀ ਕਾਮ ਸੇ, ਕੋਈ ਐਸਾ ਸਮਾਂ ਨਿਕਾਲੇ ਪ੍ਰੀਤ ਲੱਗੇ ਤੇਰੀ ਰਾਮ ਸੇ। ਕਹਿੰਦੇ ਮਨੁੱਖ ਕਹਿੰਦਾ ਮੈਨੂੰ ਵੇਲ ਮਿਲੇ ਫਿਰੇ ਮੈਂ ਕੰਮ ਕਰਾਂ। ਕਹਿੰਦੇ ਜਿੰਨਾ ਚਿਰ ਜ਼ਿੰਦਗੀ ਹੈ ਇਹ ਪਰਮੇਸ਼ਰ ਦਾ ਜਿਹੜਾ ਜੰਜਾਲ ਹੈ ਇਹਦੇ ਵਿੱਚੋਂ ਆਮ ਸੰਸਾਰੀ ਜੀਵ ਨਹੀਂ ਨਿਕਲ ਸਕਦੇ। ਇਹ ਤੇ ਪਰਮੇਸ਼ਰ ਦੀ ਕਿਰਪਾ ਹੋਵੇ, ਗੁਰੂ ਦੇ ਚਰਨਾਂ ਨਾਲ ਜੁੜਿਆ ਜਾਵੇ। ਸੰਸਾਰ ਦੇ ਵਿੱਚ ਰਹਿੰਦਾ ਹੋਇਆ ਵੀ ਜਿਹੜਾ ਜੀਵ ਹੈ ਉਹ ਪਰਮੇਸ਼ਰ ਨਾਲ ਜੁੜ ਕੇ ਲੋਕ ਪਰਲੋਕ ਸਵਾਰ ਲੈਂਦਾ ਹੈ। ਤੇ ਸਤਿਗੁਰੂ ਜੀ ਕਥਨ ਕਰਦੇ, ਪਲਚ ਪਲਚ ਸਗਲੀ ਮੋਹ ਝੂਠੇ ਧੰਦੇ ਮੋਹ। ਇਹਨੂੰ ਸੱਚ ਸਮਝਿਆ ਹੈ, ਜਿਹੜਾ ਝੂਠ ਹੈ ਝੂਠੇ ਮੋਹ ਦੇ ਵਿੱਚ ਲੱਗ ਕੇ ਆਪਣਾ ਸਮਾਂ ਖੁਆਰ ਕਰ ਲਿਆ। ਜਿਹੜੇ ਸਵਾਸਾਂ ਦੇ ਨਾਲ, ਜਿਹੜੀ ਜ਼ਿੰਦਗੀ ਦੇ ਨਾਲ ਸੰਸਾਰ ਤੇ ਆ ਕੇ ਕੁਝ ਚੰਗਾ ਜਿਹੜਾ ਸੀ ਧਨ ਪਦਾਰਥ ਇਕੱਠਾ ਕਰਨਾ ਸੀ, ਨਾਮ ਦਾ ਸ਼ੁਭ ਗੁਣਾ ਦਾ, ਉਹ ਨਹੀਂ ਕੀਤਾ ਗਿਆ। ਸਵਾਸ ਪੂਰੇ ਹੋ ਗਏ ਤੇ ਫਿਰ ਜਿਵੇਂ ਮਹਾਰਾਜ ਜੀ ਕਹਿੰਦੇ ਹਨ, ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ। ਅੰਤ ਨੂੰ ਜੀਵ ਨਿਰਾਸ਼ ਹੋ ਕੇ ਇੱਥੋਂ ਤੁਰਦਾ ਹੈ। ਤੇ ਜਿਨ੍ਹਾਂ ਨੇ ਉਹਨੂੰ ਸਦਾ ਯਾਦ ਰੱਖਿਆ ਹੈ ਉਹ ਲੋਕ ਪਰਲੋਕ ਦੇ ਵਿੱਚ ਆਨੰਦ ਦੇ ਨਾਲ ਆਪਣਾ ਸਮਾਂ ਜਿਹੜਾ ਹੈ ਬਤੀਤ ਕਰਦੇ ਹਨ। ਏਕਸ ਹਰਿ ਕੇ ਨਾਮ ਬਿਨ ਅੱਗੇ ਲਈਏ ਕੋਇ। ਸਤਿਗੁਰੂ ਜੀ ਕਥਨ ਕਰਦੇ ਪਾਈ, ਇੱਕ ਨਾਲ ਜਾਣ ਵਾਲਾ ਤੇ ਨਾਮ ਹੈ। ਕਈ ਵਾਰ ਕਹਿ ਦੇਈਦਾ ਹੈ ਕਿ ਕੀ ਮਨੁੱਖ ਲੈ ਕੇ ਆਇਆ, ਕੀ ਲੈ ਕੇ ਜਾਏਗਾ। ਇਹਨੂੰ ਸਭ ਤੋਂ ਵੱਡਾ ਅਮੋਲਕ ਧਨ ਉਹ ਦਿੱਤਾ ਹੈ ਜਿਹੜਾ ਸਵਾਸਾਂ ਦਾ ਹੈ। ਤੇ ਸਵਾਸਾਂ ਦਾ ਆਧਾਰ ਅਸੀਂ ਦੇ ਨਹੀਂ ਸਕਦੇ, ਉਹਦਾ ਕਰਜ਼ਾ ਨਹੀਂ ਤਾਰ ਸਕਦੇ। ਤੇ ਮਹਾਰਾਜ ਜੀ ਕਹਿੰਦੇ ਜਦੋਂ ਗੁਰੂ ਦੇ ਹੁਕਮ ਦੇ ਨਾਲ ਜੀਵ ਨਾਮ ਜਪਦਾ ਹੈ, ਗੁਰਬਾਣੀ ਨਾਲ ਜੁੜਦਾ ਹੈ, ਸ਼ੁਭ ਕਰਮ ਕਰਦਾ ਹੈ, ਇਹ ਸਵਾਸਾਂ ਦਾ ਜਿਹੜਾ ਕਰਜ਼ਾ ਹੈ ਪਰਮੇਸ਼ਰ ਦੇ ਮਿਲਿਆ ਹੋਇਆ ਉਹ ਉਤਰ ਜਾਂਦਾ ਹੈ। ਤੇ ਸਤਿਗੁਰੂ ਜੀ ਕਥਨ ਕਰਦੇ ਹਨ, ਪਲਚ ਪਲਚ ਸਗਲੀ ਮੋਹ ਝੂਠੇ ਧੰਦੇ ਮੋਹ, ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਏ। ਹੋਰ ਜੋ ਕੁਝ ਵੀ ਜੀਵ ਦਾਨ ਪੁੰਨ ਕਰੇ ਬਿਨਾਂ ਗੁਰੂ ਦੇ ਹੁਕਮ ਤੋਂ ਜਾਂ ਆਪਣੀ ਮਰਜ਼ੀ ਨਾਲ ਜਾਂ ਹਉਮੈ ਦੇ ਨਾਲ, ਪਹਿਲੀ ਗੱਲ ਤੈਨੂੰ ਫਲ ਮਿਲਦਾ ਨਹੀਂ। ਜੇ ਸੰਸਾਰ ਵਿੱਚ ਫਲ ਰਹਿ ਵੀ ਜਾਵੇ ਤੇ ਮਹਾਰਾਜ ਜੀ ਨੇ ਕਥਨ ਕੀਤਾ, ਕਰਮ ਧਰਮ ਪਾਖੰਡ ਜੋ ਦੀਸੇ ਤਿਨ ਜਮ ਜਗਾਤੀ ਲੂਟੇ। ਤੇ ਜਦੋਂ ਜਮਪੁਰੀ ਵਿੱਚ ਜੀਵ ਨੂੰ ਖੜਦੇ ਹਨ ਜਮ, ਤੇ ਰਸਤੇ ਦੇ ਵਿੱਚ ਬੜੇ ਔਖੇ ਥਾਵਾਂ ਦੇ ਵਿੱਚ ਦੀ ਲੰਘਣਾ ਪੈਂਦਾ ਹੈ। ਸਭ ਤੋਂ ਪਹਿਲਾਂ ਜਿਵੇਂ ਕਿਹਾ ਕਿ ਲਹੂ ਤੇ ਪਾਗ ਦੀ ਨਦੀ ਜਿਸ ਵਿੱਚ ਦੀ ਜੀਵ ਨੂੰ ਨਗਾਉਂਦੇ ਹਨ ਜਮ, ਜਿਹੋ ਜਿਹਾ ਕਰਮ ਕੀਤਾ ਉਹੋ ਜਿਹਾ ਰਸਤਾ ਮਿਲਣਾ ਹੈ। ਤੇ ਕਹਿੰਦੇ ਲਹੂ ਪਾਗ ਦੀ ਨਦੀ ਵਿੱਚੋਂ ਤੁਰਨਾ ਬੜਾ ਔਖਾ ਹੈ, ਉਹਨੂੰ ਤਰ ਕੇ ਲੰਘਣਾ ਬੜਾ ਔਖਾ ਹੈ। ਜਮ ਨੂੰ ਮਾਰ ਮਾਰ ਕੇ ਅੱਗੇ ਤੋਰਦੇ ਹਨ। ਇਸ ਤੋਂ ਗਾੜੀ ਇੱਕ ਸਤਿਗੁਰਾਂ ਨੇ ਕਿਹਾ ਕਿ ਬਹੁਤ ਲੱਖਾਂ ਕੋਹਾਂ ਦਾ ਉਹ ਜੰਗਲ ਹੈ, ਅਸਪੱਤਰ ਬਣ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਾਰੂ ਰਾਗ ਵਿੱਚ ਉਹ ਸ਼ਬਦ ਆਉਂਦਾ ਹੈ। ਉੱਥੇ ਕੋਈ ਦੇ ਨਾਲ ਜਾਣ ਵਾਲਾ ਨਹੀਂ, ਜੀ ਇਕੱਲਾ ਪੁਕਾਰਾਂ ਕਰਦਾ ਹੈ। ਕਹਿੰਦੇ ਤਲਵਾਰ ਵਾਂਗੂ ਉਹਦੇ ਪੱਤੇ ਜਿਹੜੇ ਤਿੱਖੇ ਹੁੰਦੇ ਹਨ। ਜਦੋਂ ਉਹ ਜੰਗਲ ਬਹੁਤ ਲੰਮਾ ਹੈ ਉਹਦੇ ਵਿੱਚ ਦੀ ਜੀਵ ਨੂੰ ਖੜਦੇ ਹਨ ਤੇ ਉੱਤੇ ਡਿੱਗਦੇ ਹਨ ਪੱਤੇ, ਤੇ ਜਿਵੇਂ ਸਰੀਰ ਤੇ ਜ਼ਖਮ ਹੁੰਦੇ ਜਾਂਦੇ ਹਨ, ਸਰੀਰ ਨੂੰ ਚੀਰ ਚੀਰ ਕੇ ਰੱਖਦੇ ਹਨ, ਸਰੀਰ ਪੁਕਾਰਾਂ ਕਰਦਾ ਹੈ। ਇਹ ਜੀਵ ਜਿਹੜਾ ਦੁਖੀ ਹੋ ਕੇ ਫਿਰ ਇਸ ਤੋਂ ਅੱਗੇ ਫਿਰ ਅਗਨ ਦਾ ਜਿਹੜਾ ਕੁੰਡ ਹੈ, ਅਗਨ ਸਾਗਰ, ਉਹਦੇ ਵਿੱਚ ਦੀ ਲੰਘਾਉਂਦੇ ਹਨ, ਅਗਨ ਦਾ ਜੰਗਲ ਕਹਿ ਲਈਏ। ਇਸ ਪ੍ਰਕਾਰ ਔਖੇ ਰਸਤਿਆਂ ਦੇ ਵਿੱਚ ਦੀ ਲੰਘਾਉਂਦੇ ਹਨ। ਤੇ ਜੀਵ ਨੂੰ ਭੁੱਖ ਤੇ ਜਦੋਂ ਇਸ ਪ੍ਰਕਾਰ ਜੀਵ ਕਰਲਾਉਂਦਾ ਹੈ ਉੱਥੇ ਕੁਝ ਮਿਲਦਾ ਨਹੀਂ। ਤੇ ਜਿਹੜਾ ਕੁਝ ਕੋਲ ਫਲ ਹੁੰਦਾ ਹੈ ਕੋਈ ਦਾਨ ਪੁੰਨ ਦਾ, ਤੇ ਜਿਵੇਂ ਪੁਲਿਸ ਵਾਲੇ ਜੀਵ ਕੋਲੋਂ ਸਭ ਕੁਝ ਖੋਹ ਲੈਂਦੇ ਹਨ, ਇਹ ਉਹੀ ਨਕਲ ਹੈ। ਇਸੇ ਤਰ੍ਹਾਂ ਜਮ ਕਹਿੰਦੇ ਫਲਾਣਾ ਫਲ ਸਾਨੂੰ ਦੇ ਦੇ, ਕਿਉਂਕਿ ਗੁਰੂ ਦਾ ਜਿਹੜਾ ਹੁਕਮ ਅਨੁਸਾਰ ਕੀਤਾ ਆ ਕੰਮ ਹੈ ਉਹ ਨਹੀਂ ਖੋਹ ਸਕਦੇ। ਜਿਹੜੀ ਗੁਰੂ ਦੀ ਆਗਿਆ ਤੋਂ ਬਿਨਾਂ ਕੁਝ ਕੀਤਾ ਹੈ ਜਮ ਰਾਹ ਵਿੱਚ ਖੋਹ ਲੈਂਦੇ ਹਨ। ਇੱਕ ਪਰਮੇਸ਼ਰ ਦਾ ਨਾਮ ਨਹੀਂ ਕੋਈ ਖੋਹ ਸਕਦਾ, ਨਾ ਇਹਨੂੰ ਅੱਗ ਸਾੜ ਸਕਦੀ ਹੈ, ਨਾ ਪਾਣੀ ਗਾਲ ਸਕਦਾ, ਨਾ ਹਵਾ ਡਾਲ ਸਕਦੀ, ਨਾ ਕੋਈ ਸਰੀਰ ਕੋਈ ਵੰਡਾ ਸਕਦਾ ਹੈ। ਐਸਾ ਉਹ ਧਨ ਹੈ ਕਦੇ ਨਖੁੱਟਦਾ ਨਹੀਂ। ਤੇ ਮਹਾਰਾਜ ਜੀ ਕਹਿੰਦੇ ਉਹਦੇ ਨਾਮ ਤੋਂ ਬਿਨਾਂ ਕੁਝ ਨਾਲ ਜਾਣ ਵਾਲਾ ਨਹੀਂ ਹੈ। ਹੋਰ ਜੋ ਕੁਝ ਵੀ ਹੈ ਇਹ ਨਾਲ ਨਹੀਂ ਜਾਣਾ, ਰਸਤੇ ਵਿੱਚ ਖੋਇਆ ਜਾਣਾ ਹੈ। ਜਮ ਜਗਾਤੀ ਲੁੱਟ ਲੈਂਦੇ ਹਨ। ਤੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਨੂੰ ਵੇਖ ਕੇ ਅੱਗੋਂ ਜਮ ਰਸਤਾ ਛੱਡ ਜਾਂਦੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਦਈ ਅਵਸਾਰ ਵਿਗੁਤਨਾ
ਪ੍ਰਭ ਬਿਨ ਅਵਰ ਨ ਕੋਇ। ਗੁਰੂ ਕੀ ਸਾਧ ਸੰਗਤ, ਜਿਵੇਂ ਜਪਜੀ ਸਾਹਿਬ ਵਿੱਚ ਮਹਾਰਾਜ ਜੀ ਨੇ 3 ਅੱਖਰ ਨਹੀਂ ਲਿਖੇ 35 ਵਿੱਚੋਂ, ਉਹਨਾਂ ਦੀ ਐਸੀ ਮੌਜ ਹੈ, ਜਾਣੀ ਜਾਣ ਹਨ। ਕਿਉਂਕਿ ਨਈਆਂ ਤੇ ngੰਗਾ ਤੇ ਯਈਆ ਅੱਖਰ ਜਿਹੜਾ ਇਹਦਾ ਸਭ ਤੋਂ ਜਿਹੜਾ ਸਹੀ ਉਚਾਰਨ ਨਹੀਂ ਹੋ ਸਕਦਾ। ਕਈ ਪ੍ਰਚਾਰਕ ਬੜੇ ਬੜੇ ਕਥਾ ਬੜੀ ਡੂੰਘੀ ਕਰਦੇ ਹਨ, ਪਰ ਅੱਖਰ ਬੋਲਣ ਲੱਗਿਆ ਇਹਨਾਂ ਦਾ ਉਚਾਰਨ ਜਿਹੜਾ ਹੈ ਉਹ ਸਾਰਿਆਂ ਕੋਲ ਸਹੀ ਨਹੀਂ ਹੋ ਸਕਦਾ। ਗੁਰੂ ਕਿਰਪਾ ਕਰੇ ਤੇ ਇਹ ਬੋਲੇ ਜਾਂਦੇ ਹਨ। ਇਹ ਜਈਆ ਜਿਹੜਾ ਅੱਖਰ ਹੈ, ਈੜੀ ਸਿਹਾਰੀ ਤੇ ਐੜੇ ਨੂੰ ਕੰਨਾਂ ਲਾਈਏ ਤੇ ਇਹ ਫਿਰ ਜਈਏ ਦੀ ਆਵਾਜ਼ ਆਉਂਦੀ ਹੈ। ਇਹ ਆ ਇਸ ਪ੍ਰਕਾਰ ਇਹਨੂੰ ਜਿੱਜਾ ਨਹੀਂ ਬੋਲਣਾ, ਦਈਓ। ਜੇ ਜਈਏ ਨੂੰ ਔਂਕੜੇ ਦਈਓ ਬਣਦਾ ਹੈ, ਤੇ ਜੇ ਦੋਵੇਂ ਮੁਕਤੇ ਹੋਣ ਤੇ ਦਏ ਬਣਦਾ ਹੈ। ਇੱਥੇ ਹੈ ਦਈਓ ਵਿਸਾਰ ਵਿਗੁਚਣਾ। ਦਈਓ ਕਹਿੰਦੇ ਪ੍ਰੇਰਕ, ਜਿਹੜਾ ਸਾਨੂੰ ਪ੍ਰੇਰਨਾ ਕਰਨ ਵਾਲਾ ਪਰਮੇਸ਼ਰ ਹੈ। ਕਈ ਕਹਿੰਦੇ ਆਪਣੀ ਹਿੰਮਤ ਹੋਣੀ ਚਾਹੀਦੀ, ਦੇਣਾ ਪਰਮੇਸ਼ਰ ਨੇ ਹੈ, ਪਰ ਸਤਿਗੁਰੂ ਜੀ ਕਹਿੰਦੇ ਜਿਉਂ ਪ੍ਰੇਰੇ ਤਿਉਂ ਕਰਨਾ। ਉਹਦੀ ਪ੍ਰੇਰਨਾ ਹੋਵੇ, ਉਹ ਹਿੰਮਤ ਪਾਵੇ, ਜੀਵ ਜਿਹੜਾ ਉਹਦੇ ਨਾਲ ਜੁੜਿਆ ਹੈ ਆਪੇ ਉਹਦੇ ਤੇ ਕਿਰਪਾ ਕਰਦਾ ਹੈ। ਤੇ ਜਦੋਂ ਉਹਨੂੰ ਵਿਸਾਰ ਦਿੰਦਾ ਹੈ, ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਇ। ਜਿਹਨੇ ਹਿੰਮਤ ਦੇਣੀ ਸੀ ਉਹਨੂੰ ਭੁਲਾ ਲਿਆ, ਤੇ ਹੋਰ ਕੋਈ ਉੱਥੇ ਸਹਾਇਤਾ ਕਰਨ ਵਾਲਾ ਨਹੀਂ ਹੈ, ਤੇ ਜੀਵ ਦੀ ਫਿਰ ਨਿਰਾਸ਼ਤਾ ਖਤਮ ਨਹੀਂ ਹੁੰਦੀ ਹੈ। ਪ੍ਰੀਤਮ ਕਰਨੇ ਜੋ ਲਗੈ ਤਨਕੇ ਨਿਰਮਲ ਸੋਇ। ਮਹਾਰਾਜ ਜੀ ਕਥਨ ਕਰਦੇ ਹਨ ਕਿ ਭਾਈ ਜੇ ਕੋਈ ਕਹੇ ਕਿ ਫਿਰ ਸਾਰਿਆਂ ਦਾ ਇਹ ਹਾਲ ਹੈ, ਕਹਿੰਦੇ ਨਹੀਂ। ਜਗ ਮੈਂ ਉਤਮ ਕਾਢੀਏ ਵਿਰਲੇ ਕਈ ਕੇ। ਉਹਨਾਂ ਦੇ ਲੱਛਣ ਕੀ ਹਨ? ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਮ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਐ ਠਾਓ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ, ਜਗ ਮੈਂ ਉਤਮ ਕਾਢੀਏ ਵਿਰਲੇ ਕਈ ਕੇ। ਕਹਿੰਦੇ ਹਿਰਦੇ ਵਿੱਚ ਗੁਰੂ ਨੂੰ ਯਾਦ ਕਰਨਾ, ਜ਼ੁਬਾਨ ਦੇ ਨਾਲ ਉਹਦਾ ਨਾਮ ਜਪਣਾ, ਅੱਖਾਂ ਨਾਲ ਦਰਸ਼ਨ ਕਰਨੇ, ਕੰਨਾਂ ਦੇ ਨਾਲ ਸਰਵਣ ਕਰਨਾ, ਤੇ ਫਿਰ ਪਰਮੇਸ਼ਰ ਦੇ ਘਰ ਵਿੱਚ ਇਹ ਜੀਵ ਨੂੰ ਥਾਂ ਮਿਲਦਾ ਹੈ। ਕਹਿੰਦੇ ਵਡਭਾਗੀ ਵਿਰਲੇ ਲੋਕ ਹੈਨ, ਵਿਰਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ। ਪਰ ਇਹ ਢੇਰੀ ਵੀ ਨਹੀਂ ਢਾਉਣੀ ਚਾਹੀਦੀ ਕਿ ਜੇ ਸਾਰਿਆਂ ਨੂੰ ਮਿਲਣਾ ਨਹੀਂ ਤੇ ਕਿਉਂ, ਇਹ ਪਤਾ ਨਹੀਂ ਕਿਹਦੇ ਕਰਮਾਂ ਵਿੱਚ ਆ ਜਾਣਾ। ਹਿੰਮਤ ਕਰਨੀ ਜੀਵ ਦਾ ਫਰਜ਼ ਹੈ ਪਰਮੇਸ਼ਰ ਦੇ ਹੁਕਮ ਨਾਲ, ਤੇ ਪਰਮੇਸ਼ਰ ਜੇ ਭਾਂਡਾ ਸਾਫ਼ ਹੋਏ ਤੇ ਵਸਤੂ ਪਾ ਦਿੰਦਾ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ ਜਿਵੇਂ ਦੁੱਧ ਜਿਹੜਾ ਸਾਫ਼ ਭਾਂਡੇ ਵਿੱਚ ਰਹਿੰਦਾ ਨਹੀਂ ਤੇ ਖਰਾਬ ਹੋ ਜਾਂਦਾ ਹੈ, ਇਸੇ ਤਰ੍ਹਾਂ ਜੀਵ ਆਤਮਾ ਜੀ ਦਾ ਸ਼ੁੱਧ ਪਰਮੇਸ਼ਰ ਦੀ ਕਿਰਪਾ ਨਾਲ ਹੋਵੇ, ਉਹਦੇ ਵਿੱਚ ਉਹਦਾ ਫਿਰ ਜਿਹੜਾ ਹੈ ਅਸਲ ਜਿਹੜਾ ਹੈ ਬਲ ਹੈ, ਉਹਦੀ ਤਾਕਤ ਆਣ ਕੇ ਟਿਕਦੀ ਹੈ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ। ਮਹਾਰਾਜ ਜੀ ਕਹਿੰਦੇ ਫਿਰ ਪ੍ਰੀਤਮ ਚਰਨੀ ਜੋਲ ਕੇ ਤਿਨਕੀ ਨਿਰਮਲ ਸੋਏ। ਸੋਏ ਤੋਂ ਭਾਵ ਇੱਥੇ ਹੈ ਸੋਭਾ, ਕਿਉਂਕਿ ਅੱਖਰ ਉਹੀ ਹੁੰਦੇ ਹਨ। ਇਹ ਪ੍ਰਕਰਨ ਜਿਹੜਾ ਹੈ ਉੱਥੇ ਭਾਸ਼ਾ ਦੇ ਪ੍ਰਕਾਰ ਕਈ ਤਰ੍ਹਾਂ ਦੇ ਅਰਥ ਬਣਦੇ, ਕਿਤੇ ਸੰਸਕ੍ਰਿਤ ਵਿੱਚ ਆਉਂਦਾ ਹੈ ਸ਼ਬਦ, ਕਿਤੇ ਅਰਬੀ ਫਾਰਸੀ ਹੈ। ਇਸ ਪ੍ਰਕਾਰ ਉਹ ਜਿਹੋ ਜਿਹਾ ਪ੍ਰਕਰਨ ਚੱਲਦਾ ਹੈ ਉਹਦਾ ਅਰਥ ਉਹੀ ਲੱਗਣਾ ਹੈ। ਤੇ ਸਤਿਗੁਰੂ ਜੀ ਇੱਥੇ ਸੋਏ ਤੋਂ ਭਾਵ ਕਹਿੰਦੇ ਸੋਭਾ। ਜਿਵੇਂ ਕਿਰਪਾ ਇੱਕ ਹੁੰਦੀ ਕੱਕੇ ਸਿਹਾਰੀ ਰਾਰਾ ਪੱਪੇ ਕੰਨਾ ਕਿਰਪਾ, ਇੱਕ ਹੈ ਕੱਕੇ ਦੇ ਸਿਹਾਰੀ ਤੇ ਪੈਰ ਚ ਰਾਰਾ ਤੇ ਪੱਪੇ ਕੰਨਾ ਉਹ ਕਿਰਪਾ। ਉਹ ਸੰਸਕ੍ਰਿਤ ਦਾ ਸ਼ਬਦ ਹੈ, ਉਹਦਾ ਭਾਵ ਹੋਰ ਬਣ ਜਾਂਦਾ ਹੈ ਬਰੀਕੀ ਨਾਲ ਸੋਚਿਆ ਜਾਵੇ। ਤੇ ਸਤਿਗੁਰੂ ਜੀ ਕਥਨ ਕਰਦੇ ਹਨ ਇੱਥੇ ਕਿ ਜਿਹੜਾ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਿਆ ਦੀ ਸੋਭਾ ਹਰ ਥਾਂ ਤੇ ਸੱਚੀ ਹੁੰਦੀ ਹੈ। ਸੰਸਾਰ ਦੇ ਜੀਵ ਉਹਦੀ ਸੋਭਾ ਕਰਦੇ ਹਨ ਜਿਹਦੇ ਕੋਲੋਂ ਕੁਝ ਲੈਣਾ ਹੈ, ਉਹਨੂੰ ਖੁਸ਼ ਕਰਨਾ ਹੈ, ਤੇ ਜੇ ਨਾ ਕਿਸੇ ਕੁਝ ਦਿੱਤਾ ਤੇ ਉਹਦੀ ਨਿੰਦਿਆ ਕਰ ਦਿੱਤੀ, ਜਾਂ ਨਿੰਦਿਆ ਤੇ ਜਾਂ ਉਸਤਤ ਦੋਵਾਂ ਵਿੱਚ ਰਹਿ ਜਾਂਦੇ ਹਨ। ਤੇ ਸਤਿਗੁਰੂ ਜੀ ਕਥਨ ਕਰਦੇ ਹਨ, ਮਹਾਰਾਜ ਸਾਡੀ ਬੇਨਤੀ ਹੈ ਆਪਣੀ ਕਿਰਪਾ ਕਰ, ਸਾਨੂੰ ਤੇਰੇ ਦਰਸ਼ਨ ਤੇਰਾ ਨਾਮ ਪ੍ਰਾਪਤ ਹੋ ਜਾਵੇ, ਤੇ ਫਿਰ ਸਾਡਾ ਸੰਸਾਰ ਤੇ ਆਉਣਾ ਜਿਹੜਾ ਜੋ ਤੂੰ ਘੱਲਿਆ ਹੈ ਕਾਰਜ ਵਾਸਤੇ ਉਹ ਲਾਹਾ ਪ੍ਰਾਪਤ ਹੋ ਸਕਦਾ ਹੈ। ਬੈਸਾਖ ਸੁਹਾਵਤਾਂ ਲਗੈ ਜਾ ਸੰਤ ਪਿਟੇ ਹਰ ਸੋਵੈ। ਵੈਸਾਖ ਸੁਹਾਵਤਾਂ ਲਗੈ ਜਾ ਸੰਤ ਪਿਟੇ ਹਰ ਸੋਵੈ। ਗੁਰੂ ਪਿਆਰੀ ਸਾਧ ਸੰਗਤ ਇੱਥੇ ਵਿਚਾਰ ਦੀ ਵਿਸ਼ਰਾਮਤਾ ਵੀ ਹੋ ਰਹੀ ਹੈ, ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਸ ਮਹੀਨੇ ਦੀ ਵਿਚਾਰ ਦੀ ਇੱਥੇ ਸੰਪੂਰਨਤਾ ਕੀਤੀ ਹੈ। ਸਤਿਗੁਰੂ ਜੀ ਕਥਨ ਕਰਦੇ ਭਾਈ ਉਹਨਾਂ ਵਾਸਤੇ ਮਹੀਨਾ ਇਹ ਚੰਗਾ ਹੋਵੇਗਾ, ਸੋਹਣਾ ਲੱਗੇਗਾ, ਆਨੰਦਮਈ ਹੋਵੇਗਾ, ਜਿਨ੍ਹਾਂ ਨੂੰ ਪਰਮੇਸ਼ਰ ਦੇ ਪਿਆਰੇ ਜਿਹੜੇ ਹਨ ਉਹ ਐਸਾ ਗੁਰੂ ਦਾ ਰੂਪ ਸਮਝੇ ਜਾਂਦੇ ਹਨ। ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ। ਤੇ ਇਸ ਕਰਕੇ ਜਿਹਨੂੰ ਮਿਲਿਆ ਪਰਮੇਸ਼ਰ ਚੇਤੇ ਆ ਜਾਵੇ। ਸਤਿਗੁਰੂ ਜੀ ਕਹਿੰਦੇ ਜਿਸ ਮਿਲੇ ਮਨ ਹੋਏ ਆਨੰਦ,
ਸੋ ਸਤਿਗੁਰ ਕਹੀਏ ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਈਏ। ਸਾਡੇ ਅੰਦਰ ਦੁਬਿਧਾ ਆ ਜਾਂਦੀ, ਆ ਨਹੀਂ ਚੰਗਾ, ਆ ਨਹੀਂ ਚੰਗਾ। ਜਦੋਂ ਅਸੀਂ ਔਗਣ ਵੇਖਦੇ ਹਾਂ ਸਾਡੇ ਔਗਣ ਵੱਧਦੇ ਜਾਂਦੇ ਹਨ। ਜਦੋਂ ਸ਼ੁਭ ਗੁਣਾਂ ਦੇ ਨਾਲ ਜੁੜਦੇ ਹਾਂ ਤੇ ਗੁਣ ਵੱਧਦੇ ਹਨ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਉਹਨਾਂ ਵਾਸਤੇ ਮਹੀਨਾ ਆਨੰਦਮਈ ਸਫਲਾ ਹੋਵੇਗਾ ਜਿਨ੍ਹਾਂ ਨੂੰ ਉਹ ਐਸੇ ਮਿਲ ਜਾਣ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਇਹ ਸੰਤ ਸ਼ਬਦ ਜਿਹੜਾ ਗੁਰੂ ਨਾਲ ਵੀ ਜੁੜਦਾ ਹੈ ਤੇ ਗੁਰੂ ਦੇ ਪਿਆਰਿਆਂ ਦੇ ਨਾਲ ਵੀ ਜੁੜਦਾ ਹੈ, ਕਿਉਂਕਿ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਜਿਹਦੇ ਤੇ ਮਿਹਰ ਦੀ ਦ੍ਰਿਸ਼ਟੀ ਕਰ ਦਿੱਤੀ ਮਹਾਰਾਜ ਨੇ ਉਹਨੂੰ ਆਪਣਾ ਰੂਪ ਬਣਾ ਦਿੱਤਾ ਹੈ। ਗੁਰੂ ਕੀ ਸਾਧ ਸੰਗਤ ਇਹ ਅੱਜ ਦਾ ਮਹੀਨਾ ਇਸ ਪ੍ਰਕਾਰ ਸਤਿਗੁਰਾਂ ਨੇ ਜੋ ਬਖਸ਼ਿਆ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਦੇ ਨਾਲ ਸਾਂਝੀ ਕਰਨ ਦਾ ਨਿਮਾਣਾ ਯਤਨ ਕੀਤਾ। ਇੰਨੇ ਸਮੇਂ 'ਚ ਇਹਨਾਂ ਕੁਝ ਕਹਿੰਦਿਆਂ ਹੋਏ ਅਣਜਾਣ ਮੂਰਖ ਜੀਵ ਕੋਲੋਂ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋਏ ਔਗਣਾਂ ਨੂੰ ਨਾ ਚਿਤਾਰਨਾ। ਅੱਗੇ ਤੋਂ ਕਿਰਪਾ ਹੋਵੇ ਦਿਓ ਸੱਜਣ ਸੀਸੜੀਆਂ ਜੋ ਹੋਵੇ ਸਹਿਬ ਸਿਉ ਮੇਲ ਧਰਮ ਦਾ ਪੰਥ ਦਾ ਵਾਧਾ ਹੋਏ ਪੰਥ ਖਾਲਸੇ ਦੀ ਚੜ੍ਹਦੀ ਕਲਾ ਹੋਏ। ਸਤਿਗੁਰੂ ਜੀ ਆਪਣੇ ਚਰਨਾਂ ਨਾਲ ਜੋੜ ਕੇ ਸਮੱਤ ਤੰਦਰੁਸਤੀ ਪ੍ਰੇਮ ਤਫਾਕ ਬਖਸ਼ਣ, ਕਿਸੇ ਦੇ ਮਥਾਜ ਨਾ ਕਰਨ, ਅੰਗ ਸੰਗ ਸਹਾਇਤਾ ਕਰਨ, ਭੁੱਲਾਂ ਚੁੱਕਾਂ ਦੀ ਦੁਬਾਰਾ ਖਿਮਾ। ਜਿਨ੍ਹਾਂ ਗੁਰਮੁਖਾਂ ਤਨ ਮਨ ਤਨ ਕਰਕੇ ਹਾਜ਼ਰੀਆਂ ਭਰੀਆਂ ਸਰਬੱਤ ਦੀ ਸੇਵਾ ਗੁਰੂ ਜੀ ਪ੍ਰਵਾਨ ਕਰਨ, ਆਪਦੇ ਚਰਨਾਂ ਨਾਲ ਜੋੜ ਕੇ ਰੱਖਣ। ਹੁਣ ਕਰਾ ਪ੍ਰਸ਼ਾਦੀ ਦੇਗ ਵਰਤਰੇ ਪ੍ਰੰਤ ਸੇਵਕਾਂ ਵੱਲੋਂ ਗੁਰੂ ਕੇ ਲੰਗਰ ਵਿੱਚ ਪ੍ਰਬੰਧ ਜਲ ਪਾਣੀ ਦਾ ਕੀਤਾ ਗਿਆ ਹੈ। ਦੇਗ ਪ੍ਰਾਪਤ ਕਰਕੇ ਉੱਥੇ ਹਾਜ਼ਰੀਆਂ ਲਵਾਉਣੀਆਂ, ਸਤਿਗੁਰਾਂ ਦੀਆਂ ਕਿਰਪਾ ਪ੍ਰਾਪਤ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।